ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਤਾਂ ਅੱਜ ਇਹ 7ਵੀਂ ਵੀਡੀਓ ਆ ਗਈ ਹੈ ਨਾਵਲ ਦੀ, ਜਿਸ ਦਾ ਨਾਮ ਹੈ ਇੱਕ ਹੋਰ ਨਵਾਂ ਸਾਲ ਤੇ 9ਵੀਂ 10ਵੀਂ ਦੇ ਸਿਲੇਬਸ ਦੇ ਵਿੱਚ ਦਰਜ ਹੈ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ। ਇਸ ਤੋਂ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਬੰਤਾ ਤੇ ਤਾਰੋ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ। ਬੰਤਾ ਜਿਹੜਾ ਉਹ ਘਰ ਦੇ ਵਿੱਚ ਰੈਸਟ ਕਰਨ ਲਈ ਆਇਆ ਹੋਇਆ, ਆਪਸ ਦੇ ਵਿੱਚ ਉਹ ਗੱਲਾਂ ਕਰਦੇ ਕਰਦੇ ਨਵੇਂ ਸਾਲ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਤੇ ਐਨੀ ਦੇਰ ਨੂੰ ਜਿਹੜੀ ਤਾਰੋ ਹੈ ਉਹ ਚਾਹ ਧਰਨ ਲਈ ਚਲੀ ਜਾਂਦੀ ਹੈ ਤੇ ਬੰਤਾ ਕੀ ਸੋਚਦਾ ਹੈ ਅੱਗੇ ਵੇਖਦੇ ਹਾਂ। ਐਨੀ ਗੱਲ ਕਹਿ ਕੇ ਤਾਰੋ ਚਾਹ ਧਰਨ ਚਲੀ ਗਈ, ਪਰ ਮੇਰੇ ਅੰਦਰ ਪਤਾ ਨਹੀਂ ਕੀ ਹੋਣ ਲੱਗ ਪਿਆ। ਇਸ ਦੇ ਮਨ ਵਿੱਚ ਪਤਾ ਨਹੀਂ ਕਿੰਨਾ ਕੁ ਕੌੜਾ ਜ਼ਹਿਰ ਏ। ਪਾਥੀਆਂ ਭੰਨ ਭੰਨ ਕੇ ਚੁੱਲ੍ਹੇ ਵਿੱਚ ਰੱਖ ਰਹੀ ਹੈ, ਪਰ ਮੂੰਹ ਕਿਵੇਂ ਹੈ ਇਸ ਦਾ ਘੁੱਟਿਆ ਘੁੱਟਿਆ। ਉੱਡਿਆ ਉੱਡਿਆ ਚਲਿਆ ਜਾ ਬੰਤਿਆ ਕਿਸੇ ਪਰਦੇਸ ਵਿੱਚ, ਦਿਨ ਰਾਤ ਕਮਾਈ ਕਰ ਉੱਥੇ ਜਾ ਕੇ। ਫਿਰ ਲਿਆ ਘਰ ਨੋਟਾਂ ਦੇ ਨੋਟ, ਪਵਾ ਦੇ ਇਹਨੂੰ ਨਵੇਂ ਨਵੇਂ ਕੱਪੜੇ, ਲੈ ਦੇ ਇਹਨੂੰ ਨਵੇਂ ਨਵੇਂ ਗਹਿਣੇ, ਪੱਕਾ ਮਕਾਨ ਹੋਵੇ ਸਾਡੇ ਕੋਲ, ਬੱਚੇ ਜਾਂਦੇ ਹੋਣ ਸਕੂਲ, ਸਾਫ ਸੁਥਰੇ ਕੱਪੜੇ ਪਹਿਨ ਕੇ, ਬਸਤਾ ਚੁੱਕ ਕੇ ਕਿਤਾਬਾਂ ਦਾ ਭਰਿਆ ਹੋਇਆ, ਰੋਟੀ ਖਾਂਦੇ ਹੋਈਏ ਅਸੀਂ ਰੱਜ ਕੇ ਮਹਾਂਪ੍ਰਸ਼ਾਦ ਨਾਲ। ਕਿਵੇਂ ਨਾ ਹੋਵੇ ਖੁਸ਼, ਆ ਨਾ ਜਾਣਗੀਆਂ ਰੌਣਕਾਂ ਇਹਦੇ ਮੂੰਹ ਤੇ, ਹੰਸੂ ਹੰਸੂ ਕਰੂ ਇਹਦਾ ਚਿਹਰਾ। ਚਾਹ ਰੱਖਦੇ ਪਰੇ ਭਲੀਏ ਲੋਕੇ ਤੇ ਗੱਲ ਸੁਣ ਮੇਰੀ। ਦੋ ਕੁੜੀਆਂ ਤਾਂ ਚੰਗੀਆਂ ਲੱਗਦੀਆਂ, ਖੇਡਦੀਆਂ ਮਲਦੀਆਂ, ਵੇਖ ਕਿਵੇਂ ਘਰ ਬਣਾਉਣ ਡਈਆਂ ਹੋਈਆਂ ਮਿੱਟੀ ਦਾ, ਪਰ ਆਪਣਾ ਫੁੰਮਣ ਕੱਲਾ ਏ। ਪਰ ਉਹ ਤੱਕੀ ਮੇਰੇ ਵੱਲ ਘੂਰੀ ਪਾ ਕੇ, ਮੈਂ ਚੁੱਪ ਕਰ ਗਿਆ। ਜਦੋਂ ਕਦੀ ਉਹ ਇਸ ਤਰ੍ਹਾਂ ਤੱਕਦੀ ਏ ਮੇਰੇ ਵੱਲ ਤਾਂ ਮੈਂ ਚੁੱਪ ਕਰ ਜਾਂਦਾ। ਕਦੇ ਕਦੇ ਉਹ ਬੁੱਲਾਂ ਉੱਤੇ ਐਸੀ ਮੁਸਕਾਨ ਫੈਲ ਜਾਂਦੀ ਹੈ ਕਿ ਮੇਰਾ ਕਲੇਜਾ ਵਿੰਨਿਆ ਜਾਂਦਾ। ਪਹਿਲਾਂ ਤਾਂ ਨਹੀਂ ਸੀ ਉਹ ਇਦਾਂ ਦੀ, ਹੁਣੀ ਹੋ ਗਈ ਹੈ। ਬਸ ਕੂੰਦੀ ਨਹੀਂ ਚੰਗੀ ਤਰ੍ਹਾਂ। ਬੇਬੇ ਪਿੰਡ ਚਲੀ ਗਈ ਹੈ, ਮੈਂ ਵੀ ਨਹੀਂ ਰੋਕਿਆ ਉਸਨੂੰ। ਹਰ ਵੇਲੇ ਦੀ ਖੈਬੜ ਨੇ ਮੇਰੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਉਹਦੀ ਸੇਵਾ ਕਰਨਾ ਮੇਰਾ ਫਰਜ਼ ਹੈ, ਸੋ ਕਰੀ ਜਾਨਾ। ਪੌੜਾ ਸਾਰਾ ਪੈਸਿਆਂ ਦਾ ਹੀ ਹੈ। ਰੋਟੀ ਟੁੱਕ ਤਾਂ ਔਖੇ ਸੌਖੇ ਚੱਲੀ ਜਾਂਦਾ, ਪਰ ਜਦੋਂ ਕਦੀ ਕੋਈ ਬਿਮਾਰੀ ਸ਼ਮਾਰੀ ਆ ਜਾਂਦੀ ਹੈ ਜਾਂ ਫਿਰ ਕੋਈ ਵਿਆਹ ਆ ਜਾਂਦਾ ਤਾਂ ਘਰ ਵਿੱਚ ਕਲੇਸ਼ ਪੈ ਜਾਂਦਾ। ਖਾਸਾ ਚਿਰ ਪਹਿਲਾਂ ਦੀ ਗੱਲ ਹੈ, ਇੱਕ ਦਿਨ ਮੈਂ ਥੱਕਿਆ ਟੁੱਟਿਆ ਘਰ ਪੁੱਜਾ ਸ਼ਾਮ ਨੂੰ। ਸਵੇਰ ਦਾ ਮੀਂਹ ਨਹੀਂ ਸੀ ਸਾਹ ਲੈਂਦਾ। ਕੁਝ ਗੇੜੇ ਤਾਂ ਲਾਏ ਮੀਂਹ ਵਿੱਚ, ਪਰ ਫਿਰ ਵੀ ਇੰਨਾ ਸਰੀਰ ਭਿੱਜ ਗਿਆ ਕਿ ਕਾਂਬਾ ਛਿੜ ਗਿਆ। ਕਾਂਬੇ ਦੀ ਤਾਂ ਕੋਈ ਗੱਲ ਨਹੀਂ ਸੀ, ਘੜੀ ਪਲ ਛਿੜ ਕੇ ਹਟ ਜਾਂਦਾ, ਪਰ ਸਵਾਰੀ ਨਹੀਂ ਸੀ ਕੋਈ ਨਜ਼ਰ ਆਉਂਦੀ। ਸ਼ਾਮ ਨੂੰ ਕੁਝ ਮੀਂਹ ਘਟਿਆ ਤਾਂ ਠੱਕਾ ਚੱਲਣਾ ਸ਼ੁਰੂ ਹੋ ਗਿਆ। ਬੱਚੋ ਠੱਕਾ ਜਿਹੜਾ ਹੁੰਦਾ ਇਹਦਾ ਅਰਥ ਹੁੰਦਾ ਠੰਡੀ ਠੰਡੀ ਹਵਾ। ਸਰਦੀਆਂ ਦੇ ਵਿੱਚ ਜਦੋਂ ਠੰਡੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਤਾਂ ਉਹਨੂੰ ਅਸੀਂ ਠੱਕਾ ਕਹਿੰਦੇ ਹਾਂ। ਉਸ ਵੇਲੇ ਘਰ ਮੁੜਨਾ ਹੀ ਠੀਕ ਸਮਝਿਆ। ਮੈਂ ਘਰ ਪੁੱਜ ਕੇ ਚਾਹ ਦਾ ਇੱਕ ਗਲਾਸ ਪੀਣ ਲਈ ਜੀ ਕਰ ਰਿਹਾ ਸੀ। ਇੰਨੀ ਵਾਰੀ ਚਾਹ ਪੀ ਦੀ ਆ, ਪਰ ਫਿਰ ਵੀ ਰੱਜ ਨਹੀਂ ਆਉਂਦਾ। ਇੱਕ ਭਟਕਣਾ ਜਿਹੀ ਲੱਗੀ ਹੋਈ ਸੀ। ਘਰ ਪਹੁੰਚ ਕੇ ਮੈਂ ਰਿਕਸ਼ਾ ਵਿਹੜੇ ਵਿੱਚ ਖੜਾਇਆ ਤੇ ਅੰਦਰ ਚਲਿਆ ਗਿਆ। ਤਾਰੋ ਨੇ ਹਾਲੇ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਸੀ ਬਾਲੀ, ਕੁਝ ਮਸੋਸੀ ਹੋਈ ਬੈਠੀ ਸੀ ਉਹ ਮੂਹਰੇ ਉੱਤੇ। ਫੁੰਮਣ ਇੱਕ ਦੋ ਖਿਡੌਣਿਆਂ ਨਾਲ ਖੇਡ ਰਿਹਾ ਸੀ। ਕੁੱਛੜ ਵਾਲੀ ਕੁੜੀ ਸੁੱਤੀ ਹੋਈ ਸੀ, ਉਹ ਹਾਲੇ 6 ਮਹੀਨਿਆਂ ਦੀ ਸੀ। ਦੋ ਹੀ ਬੱਚੇ ਸਨ ਉਦੋਂ ਸਾਡੇ। ਮੈਂ 2-3 ਵਾਰੀ ਅੰਦਰ ਬਾਹਰ ਗਿਆ ਤੇ ਫਿਰ ਤਾਰੋ ਦੇ ਕੋਲ ਹੀ ਖਲੋ ਗਿਆ। ਉਹਨੂੰ ਮੈਂ ਪੁੱਛਿਆ, ਅੱਗ ਨਹੀਂ ਬਾਲੀ ਅਜੇ? ਮੈਨੂੰ ਕੀ ਪਤਾ ਸੀ ਤੂੰ ਆ ਜਾਣਾ ਹੁਣੇ। ਮੀਂਹ ਤਾਂ ਸਾਹ ਨਹੀਂ ਲੈਂਦਾ, ਫਿਰ ਮੈਂ ਕੀ ਕਰਦਾ ਉੱਥੇ। ਚੰਗਾ ਫਿਰ ਬਹਿ ਜਾ, ਖੜੇ ਪਿੰਡੋਂ ਆਇਆ। ਚੱਲ ਘੁੱਟ ਚਾਹ ਬਣਾ। ਗੁੜ ਫੜ ਲਿਆ 10 ਦਾ, 2 ਰੁਪਈਆਂ ਦਾ ਲਿਆਇਆ ਸੀ ਹਾਲੇ ਪਿੱਛੇ ਜੇ। ਮੈਂ ਖਾ ਤਾਂ ਨਹੀਂ ਗਈ, ਚਾਹ ਵਿੱਚ ਹੀ ਪੈਂਦਾ। ਵੇਖ ਲੈ ਕਿਵੇਂ ਕਰਦੀ ਏ ਲੁੱਤਰ ਲੁੱਤਰ। ਐਨੀ ਗੱਲ ਕਹਿ ਕੇ ਮੈਂ ਗੁੜ ਲੈਣ ਚਲਿਆ ਗਿਆ। ਲੱਗ ਗਈ ਸੀ ਦੁਕਾਨ। ਪਹਿਲਾਂ ਜੀ ਕੀਤਾ ਸਿਗਰਟ ਵੀ ਲੈ ਲਵਾਂ, ਫਿਰ ਸੋਚਿਆ ਮਨਾ ਕਾਹਨੂੰ ਰੋੜਨੇ ਆ ਪੈਸੇ। ਲੈ ਫੜ ਗੁੜ, ਬਣਾ ਦੇ ਕੜਕ ਜਿਹੀ ਚਾਹ। ਉਹ ਕੀ ਹੁੰਦੀ ਹੈ? ਉਹ ਵੀ ਹੁੰਦੀ ਹੈ ਕੁਝ, ਤੂੰ ਆਪਣਾ ਕੰਮ ਕਰ। ਕਾਟ ਆਇਆ ਅੱਜ ਭਾ ਦਾ। ਜੱਸੀ ਦਾ ਵਿਆਹ ਆਏ ਅਗਲੇ ਮਹੀਨੇ, ਕਰਦੇ ਤਿਆਰੀਆਂ ਹੁਣੇ ਤੋਂ ਹੀ। ਜਾਣਾ ਹੀ ਨਹੀਂ ਮੈਂ। ਕਿਉਂ? ਖਰਚ ਤਾਂ ਸਾਹ ਨਹੀਂ ਲੈਣ ਦਿੰਦੇ। ਤੇ ਇਸ ਤਰ੍ਹਾਂ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਨੇ। ਤੇ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਕੱਪੜੇ ਲੀੜਿਆਂ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਉਹ ਕਹਿੰਦੀ ਹੈ ਕਿ ਨਾ ਕੋਈ ਚੰਗਾ ਲੀੜਾ ਮੇਰੇ ਕੋਲ, ਨਾ ਬੱਚਿਆਂ ਕੋਲ, ਫਿਰ ਕਿਰਾਇਆ ਵੀ ਲੱਗੂ ਆਉਣ ਜਾਣ ਦਾ। ਐਵੇਂ ਘਾਬਰ ਜਾਨੀ ਹੈ ਤੂੰ। ਐਵੇਂ ਨਹੀਂ ਤੇ ਹੋਰ ਕੀ, ਕਿੱਥੋਂ ਆਉਣਗੇ ਪੈਸੇ? ਮੈਂ ਮਰ ਤਾਂ ਨਹੀਂ ਗਿਆ ਕਮਾਉਣ ਵਾਲਾ। ਤੂੰ ਤਾਂ ਕਮਾਉਣਾ, ਪਰ ਕੀ? ਪਰ ਜਿਹੜਾ ਕਰਜ਼ਾ ਚੁੱਕਿਆ ਹੋਇਆ ਵਿਆਹਾਂ ਉੱਤੇ। ਭੈਣਾਂ ਨੂੰ ਬੂਹੇ ਤਾਂ ਨਹੀਂ ਸੀ ਬਿਠਾਲ ਛੱਡਣਾ। ਮੈਂ ਕਦੋਂ ਕਹਿੰਨੀ ਆ? ਐਸੇ ਪਿੱਛੇ ਮੈਂ ਛੋਟੀਆਂ ਭੈਣਾਂ ਦਾ ਵਿਆਹ ਪਹਿਲਾਂ ਕੀਤਾ ਤੇ ਫੇਰ ਆਪਣਾ। ਮੈਂ ਤਾਂ ਹਾਲੀ ਵੀ ਨਹੀਂ ਸੀ ਚਾਹੁੰਦਾ ਬਲਾ ਸਹੇੜਨੀ, ਪਰ ਬੇਬੇ ਖਹਿੜੇ ਪੈ ਗਈ। ਪਹਿਲਾਂ ਮੈਂ ਚੰਗੀ ਸੀ, ਹੁਣ ਨਿਆਣੇ ਹੋ ਗਏ ਤਾਂ ਮੈਂ ਬਲਾ ਲੱਗਣ ਲੱਗ ਪਈ। ਤੂੰ ਜੋ ਲੱਗ ਜਾਨੀ ਆ ਸਾੜਵੀਆਂ ਗੱਲਾਂ ਕਰਨ। ਕਰਜ਼ਾ ਜੇ ਚੁੱਕਿਆ ਮੈਂ ਹੀ ਲਾਊਂਗਾ, ਕਿਸੇ ਹੋਰ ਨੇ ਥੋੜੀ ਲਾਉਣਾ। ਤੇਰੇ ਭਰਾਵਾਂ ਕੋਲੋਂ ਨਹੀਂ ਮੰਗਿਆ ਮੈਂ ਕੁਝ। ਜੋ ਤੂੰ ਕਹਿੰਨੀ ਆ ਬਈ ਕਰਜ਼ਾ ਚੁੱਕਿਆ ਹੋਇਆ, ਚੁੱਪ ਕਰ ਜਾ ਨਹੀਂ ਤਾਂ ਲੱਪੜ ਮਾਰਾਂਗਾ। ਮੈਂ ਕਹਿੰਦਾ ਚੁੱਪ ਕਰ ਜਾ। ਮੈਨੂੰ ਜੋ ਮਰਜ਼ੀ ਕਹਿ ਲੈ, ਪਰ ਮੇਰੇ ਮਾਪਿਆਂ ਨੂੰ ਨਾ ਕਹੀਂ। ਉਰੇ ਆ ਤੈਨੂੰ ਮੈਂ ਦੱਸਾਂ। ਫਿਰ 3-4 ਧੱਫੇ ਮੈਂ ਉਸਦੀ ਪਿੱਠ ਉੱਤੇ ਜੜ ਦਿੱਤੇ। ਫੁੰਮਣ ਉੱਚੀ ਉੱਚੀ ਰੋਣ ਲੱਗ ਪਿਆ। ਉਹ ਪਤਾ ਨਹੀਂ ਕਦੋਂ ਸਾਡੇ ਕੋਲ ਆ ਗਿਆ ਸੀ। ਉਹਦੇ ਰੋਣ ਦੀ ਆਵਾਜ਼ ਸੁਣ ਕੇ ਮੁੰਨੀ ਵੀ ਜਾਗ ਪਈ। ਚੰਗਾ ਚੀਕ ਚਿਹਾੜਾ ਪੈ ਗਿਆ। ਤਾਰੋ ਵੀ ਡੁਸਕ ਰਹੀ ਸੀ। ਮੈਂ ਜੁੱਤੀ ਪਾ ਕੇ ਘਰੋਂ ਬਾਹਰ ਚਲਿਆ ਗਿਆ।
ਕੀ ਮੁਸੀਬਤ ਖੜੀ ਹੋ ਗਈ ਸੀ ਯਾਰ ਮਿੰਟਾਂ ਵਿੱਚ ਹੀ। ਮੈਂ ਕਦੇ ਵੀ ਤਾਰੋ ਨੂੰ ਕੁੱਟਿਆ ਨਹੀਂ ਸੀ ਅੱਜ ਤੱਕ। ਬਾਪੂ ਕੁੱਟਦਾ ਹੁੰਦਾ ਸੀ ਬੇਬੇ ਨੂੰ, ਮੈਨੂੰ ਉਹ ਉਦੋਂ ਬਹੁਤ ਭੈੜਾ ਲੱਗਦਾ ਸੀ। ਮੇਰਾ ਜੀ ਕਰਦਾ ਮੈਂ ਬਾਪੂ ਦਾ ਹੱਥ ਫੜ ਲਵਾਂ, ਪਰ ਮੈਂ ਕਦੇ ਹੌਸਲਾ ਨਹੀਂ ਸੀ ਕੀਤਾ। ਮੈਂ ਹੱਥ ਫੜਨ ਜੋਗਾ ਹੀ ਨਹੀਂ ਸੀ ਉਦੋਂ। ਬਸ ਮੈਂ ਦੌੜ ਕੇ ਬੇਬੇ ਦੇ ਨਾਲ ਚੰਬੜ ਜਾਂਦਾ ਤੇ ਮੇਰਾ ਆਪ ਮੁਹਾਰੇ ਹੀ ਰੋਣ ਨਿਕਲ ਜਾਂਦਾ। ਬੇਬੇ ਮੈਨੂੰ ਰੋਂਦਿਆਂ ਵੇਖ ਕੇ ਆਪ ਚੁੱਪ ਕਰ ਜਾਂਦੀ। ਮੈਂ ਬੇਬੇ ਦੀ ਵੱਖੀ ਨਾਲ ਲੱਗਾ ਕਿੰਨਾ ਹੀ ਦੇਰ ਰੋਂਦਾ ਰਹਿੰਦਾ। ਅਗਲੇ ਦਿਨ ਉਹ ਬਾਪੂ ਨਾਲ ਕੋਈ ਗੱਲ ਕਰਦੀ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ। ਬਾਪੂ ਮੈਨੂੰ ਆਪਣੇ ਕੋਲ ਸੱਦਾ, ਪਰ ਮੈਂ ਪਰੇ ਹੋ ਜਾਂਦਾ। ਮੈਨੂੰ ਉਹਦੇ ਹੱਥਾਂ ਕੋਲੋਂ ਡਰ ਆਉਂਦਾ। ਬੇਬੇ ਵੱਲ ਦਾ ਹੋ ਗਿਆ ਬੱਲਿਆ, ਹੈਗਾ ਵਾ ਬੇਬੇ ਵੱਲ ਦਾ, ਤੈਨੂੰ ਕੀ ਬੱਚੂ, ਮੈਂ ਵੀ ਨਹੀਂ ਲਿਜਾਣਾ ਵਿਸਾਖੀ ਤੇ। ਨਾਲ ਜਾਵੀਂ, ਮੈਂ ਬੇਬੇ ਨਾਲ ਚਲਿਆ ਜਾਊਂਗਾ। ਬੇਬੇ ਨੇ ਤਾਂ ਮੇਰੇ ਨਾਲ ਜਾਣਾ ਹੈ, ਤੂੰ ਕਿਹਦੇ ਨਾਲ ਜਾਏਗਾ? ਮੈਂ ਆਪੇ ਚਲਿਆ ਜਾਊਂਗਾ। ਇਸ ਤਰ੍ਹਾਂ ਦੀ ਗੱਲ ਹਾਸੇ ਵਿੱਚ ਪੈ ਜਾਂਦੀ, ਪਰ ਇੱਕ ਗੱਲ ਮੇਰੇ ਮਨ ਵਿੱਚ ਬਹਿ ਗਈ ਕਿ ਮੈਂ ਆਪਣੀ ਘਰਵਾਲੀ ਨੂੰ ਕਦੇ ਨਹੀਂ ਕੁੱਟਾਂਗਾ। ਉਦੋਂ ਮੈਨੂੰ ਸਭ ਗੱਲਾਂ ਦੀ ਸੂਝ ਨਹੀਂ ਸੀ, ਪਰ ਪਤਾ ਨਹੀਂ ਮੈਨੂੰ ਅੱਜ ਇਸ ਗੱਲ ਦਾ ਖਿਆਲ ਹੀ ਨਹੀਂ ਰਿਹਾ। ਅਜੇ ਤੱਕ ਮੈਂ ਉਹ ਗੱਲ ਪੂਰੀ ਨਿਭਾਈ ਸੀ, ਪਰ ਅੱਜ ਮੈਥੋਂ ਹੱਥ ਚੁੱਕਿਆ ਗਿਆ। ਫਿਰ ਪਤਾ ਨਹੀਂ ਕੀ ਵਾਪਰ ਗਈ, ਅੱਖ ਝਪਕਣ ਵਿੱਚ ਹੀ ਮੈਂ ਉਸਨੂੰ ਕੁੱਟ ਬੈਠਾ। ਫੁੰਮਣ ਰੋਣ ਲੱਗ ਪਿਆ। ਕਿਵੇਂ ਵੇਖ ਰਿਹਾ ਸੀ ਉਹ ਮੇਰੇ ਵੱਲ। ਮੇਰੇ ਅੰਦਰ ਜਿਵੇਂ ਕੋਈ ਚੀਜ਼ ਸੜ ਰਹੀ ਸੀ, ਧੁਖ ਰਹੀ ਸੀ। ਮੈਂ ਚੱਲਦਾ ਗਿਆ ਡੈਮਗੰਜ, ਬਸ ਐਵੇਂ ਬੇਮਤਲਬ ਹੀ ਚੱਲਦਾ ਗਿਆ। ਕਿੰਨੀ ਹੀ ਦੇਰ ਮੈਂ ਤੁਰਦਾ ਹੀ ਗਿਆ, ਫਿਰ ਮੈਂ ਥੱਕ ਗਿਆ, ਇੱਕਦਮ ਥੱਕ ਗਿਆ। ਮੈਂ ਪਿੱਛੇ ਮੁੜ ਕੇ ਵੇਖਿਆ, ਕਿੰਨੀ ਹੀ ਦੂਰ ਆ ਗਿਆ ਸੀ। ਅੱਗੇ ਵੱਲ ਵੇਖਿਆ ਤਾਂ ਡੈਮਗੰਜ ਦੀ ਆਬਾਦੀ ਨੇੜੇ ਹੀ ਸੀ। ਸ਼ਾਇਦ ਦਿਆਲਾ ਘਰ ਹੋਵੇ। ਬੱਚੋ, ਜਿਹੜਾ ਦਿਆਲਾ ਹੈ ਨਾ, ਉਹ ਬੰਤੇ ਦਾ ਦੋਸਤ ਹੈ, ਤਾਂ ਉਹ ਉਹਦੇ ਘਰ ਜਾਣ ਦਾ ਫੈਸਲਾ ਕਰਦਾ ਹੈ। ਮੀਂਹ ਤਾਂ ਕੁਝ ਰੁਕ ਚੁੱਕਾ ਸੀ, ਪਰ ਠੱਕਾ ਹਾਲੇ ਵੀ ਚੱਲ ਰਿਹਾ ਸੀ। ਰਿਕਸ਼ਾ ਚਲਾਉਣਾ ਬਹੁਤ ਮੁਸ਼ਕਲ ਸੀ ਐਨੀ ਹਵਾ ਵਿੱਚ। ਦਿਆਲੇ ਦੇ ਘਰ ਦੇ ਲਾਗੇ ਪੁੱਜ ਕੇ ਮੈਂ ਰੁਕ ਗਿਆ। ਐਵੇਂ ਤੰਗ ਕਰਨ ਵਾਲੀ ਗੱਲ ਸੀ ਉਸਨੂੰ। ਮੇਰਾ ਜੀ ਵਾਪਸ ਜਾਣ ਨੂੰ ਕੀਤਾ, ਪਰ ਪਤਾ ਨਹੀਂ ਕਿਉਂ ਮੈਂ ਅੱਗੇ ਵੱਧ ਕੇ ਉਸਦਾ ਬੂਹਾ ਖੜਕਾ ਦਿੱਤਾ। ਆ ਬਈ ਬੇਲੀਆ, ਕਿਵੇਂ ਭੁੱਲ ਆਇਆ ਰਾਹ? ਤੂੰ ਤਾਂ ਕਦੀ ਹੁਣ ਮਿਲਦਾ ਹੀ ਨਹੀਂ ਦਿਆਲਿਆ। ਹਾਲੇ ਆਪਾਂ ਪਰਸੋਂ ਤਾਂ ਮਿਲੇ ਸੀ ਯਾਰ। ਇਹ ਵੀ ਕੀ ਮਿਲਣਾ ਹੋਇਆ? ਉਧਰੋਂ ਆਏ ਤੇ ਇੱਧਰ ਚਲੇ ਗਏ। ਆ ਜਾ, ਅੰਦਰ ਲੰਘ ਗਿਆ। ਮੈਂ ਅੰਦਰ ਲੰਘ ਗਿਆ। ਉਹ ਇਕੱਲਾ ਹੀ ਰਹਿੰਦਾ ਸੀ ਉਹਨੀ ਦਿਨੀ। ਉਹਦੀ ਘਰ ਵਾਲੀ ਪੇਕੇ ਗਈ ਹੋਈ ਸੀ। ਉਹ ਬਹੁਤਾ ਪੇਕੇ ਹੀ ਰਹਿੰਦੀ ਸੀ। ਦਿਆਲਾ ਵੀ ਖੁਸ਼ ਰਹਿੰਦਾ ਸੀ ਉਹਨੂੰ ਭੇਜ ਕੇ। ਕਦੋਂ ਲਿਆਏਗਾ ਭਰਜਾਈ ਨੂੰ? ਖਾਸਾ ਚਿਰ ਹੋ ਗਿਆ ਹੁਣ ਤਾਂ। ਆ ਜੂਗੀ ਆਪੇ, ਹਾਲੇ 2 ਤਾਂ ਮਹੀਨੇ ਹੋਏ ਨੇ। ਉਹ ਥੋੜੇ ਹੁੰਦੇ ਨੇ 2 ਮਹੀਨੇ? ਕੀ ਪਤਾ ਥੋੜੇ ਹੁੰਦੇ ਨੇ ਕਿ ਬਾਹਲੇ, ਪਰ ਆਪਣਾ ਗੁਜ਼ਾਰਾ ਹੋਈ ਜਾਂਦਾ। ਉਹ ਤਾਂ ਠੀਕ ਹੈ, ਪਰ ਕੀ ਯਾਰ, ਇੱਥੇ ਰਜਾਈ ਵਿੱਚ ਬੈਠੇ, ਮੈਂ ਚਾਹ ਬਣਾਉਣਾ। ਉਹ ਰਹਿਣ ਦੇ, ਇਹ ਤੇਰੇ ਕੋਲ ਹੀ ਆ, ਮੈਂ ਛਟੀਆਂ ਲਾ ਕੇ ਚਾਹ ਧਰ ਦਿੰਨਾ 2 ਗਲਾਸ ਪਾਣੀ ਦੇ ਪਾ ਕੇ। ਉਸਨੇ ਝਟਪਟ ਅੱਗ ਬਾਲ ਕੇ ਚਾਹ ਧਰ ਦਿੱਤੀ। ਇੱਕ ਚੱਜ ਦੀ ਮੰਜੀ ਸੀ ਉਹਦੇ ਕੋਲ, ਤੇ ਦੂਜੀ ਉਸਨੇ ਖੂੰਜੇ ਵਿੱਚ ਖੜੀ ਕੀਤੀ ਹੋਈ ਸੀ। ਉਹ ਲੇਫ ਵਿੱਚੋਂ ਨਿਕਲ ਕੇ ਆਇਆ ਸੀ ਬਾਹਰ, ਤੇ ਅੱਗ ਬਾਲ ਕੇ ਮੁੜ ਲੇਫ ਵਿੱਚ ਹੀ ਬੈਠ ਗਿਆ। ਬੱਚੋ, ਲੇਫ ਹੁੰਦਾ ਹੈਗਾ ਬਿਸਤਰਾ। ਲੈ ਤੂੰ ਵੀ ਲੈ ਲੈ ਲੱਤਾਂ ਦੇ ਉੱਪਰ ਰਜਾਈ, ਓਪਰਿਆਂ ਵਾਂਗ ਬੈਠਾ। ਤੂੰ ਸੁਣਾ ਕੋਈ ਗੱਲ। ਕਿਉਂ, ਖੈਰ ਤਾਂ ਹੈ? ਭਰਜਾਈ ਨਾਲ ਤਾਂ ਨਹੀਂ ਹੋ ਗਈ ਤੇਰੀ ਕੋਈ ਖੈਬੜ? ਗੱਲ ਤਾਂ ਕੁਝ ਇਹੋ ਜਿਹੀ ਹੈ ਭਰਾ। ਹੋਇਆ ਕੀ? ਹੋਣਾ ਕੀ ਸੀ ਬਸ ਯਾਰ, ਐਵੇਂ 2 ਧੱਫੇ ਮਾਰ ਬੈਠਾ ਮੈਂ ਉਹਦੇ। ਲੈ ਇਹ ਵੀ ਕੋਈ ਗੱਲ ਹੈ? ਨਹੀਂ ਦਿਆਲਿਆ, ਉਹਦਾ ਕੋਈ ਕਸੂਰ ਵੀ ਤਾਂ ਨਹੀਂ ਸੀ। ਇਹ ਬਹੁਤ ਵੱਡੀ ਗੱਲ ਹੈ। ਚੱਲ ਨਹੀਂ ਤੇ ਨਾ ਸਹੀ, ਪਰ ਤੂੰ ਨਿੰਮੋ ਝੂਣਾ ਕਿਉਂ ਹੋਇਆ ਬੈਠਾ, ਨਾਲੇ ਮਨ ਉਦਾਸ ਕਰੀ ਬੈਠਾ? ਚੱਲ ਛੱਡ ਪਰਾਂ ਇਹ ਗੱਲਾਂ, ਐਵੇਂ ਨਾ ਸੋਚਿਆ ਕਰ। ਉਹ ਛੋਪਲੇ ਜਿਹੇ ਉਹ ਮੰਜੀ ਤੋਂ ਉਤਰ ਕੇ ਚਾਹ ਬਣਾਉਣ ਚਲਾ ਗਿਆ। 2 ਪਿੱਤਲ ਦੇ ਗਲਾਸ ਭਰ ਲਿਆਇਆ। ਇੱਕ ਟੁੱਟੀ ਜਿਹੀ ਡੰਡੀ ਵਾਲਾ ਕੱਪ ਉਸਨੇ ਮੈਨੂੰ ਫੜਾ ਦਿੱਤਾ, ਤੇ ਦੂਜਾ ਉਹਨੇ ਆਪ ਫੜ ਲਿਆ। ਹੋਰ ਕੋਈ ਗੱਲ ਸੁਣਾ ਬੰਤਿਆ। ਤੂੰ ਵੀ ਲੜ ਝਗੜ ਲੈਣਾ ਆਪਣੀ ਤੀਵੀਂ ਨਾਲ? ਓਏ ਛੱਡ ਹੁਣ ਇਹ ਗੱਲ, ਮਾੜੀ ਮੋਟੀ ਖੈਬੜ ਤਾਂ ਹੋ ਹੀ ਜਾਂਦੀ ਹੈ ਕਦੇ ਕਦਾਈ। ਕਿਸ ਗੱਲ ਤੋਂ ਹੁੰਦੀ ਹੈ? ਕੀ ਪਤਾ ਕਿਹੜੀ ਗੱਲ ਤੋਂ ਹੋ ਜਾਵੇ। ਮਾੜੀ ਗੱਲ ਹੈ ਦਿਆਲਿਆ। ਉਹ ਮੈਂ ਕਦੋਂ ਕਹਿਣਾ ਚੰਗੀ ਗੱਲ ਹੈ? ਮੈਂ ਚੁੱਪ ਬੈਠਾ ਰਿਹਾ, ਉਹ ਵੀ ਚੁੱਪ ਸੀ। ਅਸੀਂ ਕੱਪਾਂ ਵਿੱਚ ਚਾਹ ਪਾ ਪਾ ਕੇ ਪੀਂਦੇ ਰਹੇ, ਤੇ ਉਹ ਬਿਸਤਰੇ ਵਿੱਚ ਲਪੇਟਿਆ ਹੋਇਆ ਹੌਲੀ ਹੌਲੀ ਹਿੱਲ ਰਿਹਾ ਸੀ, ਜਿਵੇਂ ਭਜਨ ਮੰਡਲੀ ਵਾਲੇ ਝੂਮਦੇ ਹੁੰਦੇ ਆ। ਉਹ ਸਾਹਮਣੇ ਦੀਵਾਰ ਵੱਲ ਵੇਖ ਰਿਹਾ ਸੀ ਟਿਕਮੀ ਨਜ਼ਰ ਨਾਲ। ਫਿਰ ਉਸਨੇ 2-3 ਘੁੱਟ ਭਰੇ ਤੇ ਚਾਹ ਮੁਕਾ ਦਿੱਤੀ। ਗੱਲ ਤਾਂ ਮਾੜੀ ਹੈ ਬੰਤਿਆ। ਕਿਹੜੀ? ਇਹ ਜਨਾਨੀ ਨਾਲ ਲੜਾਈ ਵਾਲੀ। ਇਹੋ ਤਾਂ ਮੈਂ ਕਹਿਣਾ। ਤਦੇ ਤਾਂ ਉਹ ਬਹੁਤਾ ਪੇਕੇ ਰਹਿੰਦੀ ਹੈ। ਇੱਥੇ ਜੋਗਾ ਉਹਦਾ ਹੈ ਵੀ ਕੀ? ਜਾਂ ਲੜਾਈ ਜਾਂ ਭੁੱਖ ਨੰਗ। ਭੁੱਖ ਨੰਗ ਕਿਵੇਂ ਦੂਰ ਹੋਊ ਦਿਆਲਿਆ? ਹੋਰ ਮਿਹਨਤ ਕਰਨੀ ਚਾਹੀਦੀ ਹੈ ਸਾਨੂੰ। ਕਿੰਨਾ ਕੁ ਵਾਹ ਸਕਦੇ ਹਾਂ ਰਿਕਸ਼ਾ? ਪੈਸੇ ਵਧਾ ਦਈਏ ਸਵਾਰੀ ਦੇ? ਅੱਗੇ ਹੀ ਸਵਾਰੀ ਘੱਟ ਮਿਲਦੀ ਹੈ, ਫਿਰ ਤਾਂ ਬਿਲਕੁਲ ਹੀ ਨਹੀਂ ਮਿਲਣੀ। ਗੱਲ ਤਾਂ ਠੀਕ ਸੀ ਦਿਆਲੇ ਦੀ, ਪਰ ਸਾਰੇ ਜਣੇ ਕਰਨ ਇਦਾਂ ਤਾਂ ਹੀ ਠੀਕ ਹੈ ਨਾ। ਜੇਕਰ ਇੱਕ ਜਣਾ ਪੈਸੇ ਵਧਾ ਦੇਗਾ ਤਾਂ ਦੂਸਰਾ ਘੱਟ ਲੈ ਲਵੇਗਾ। ਇਹ ਗੱਲ ਤਾਂ ਯੂਨੀਅਨ ਵਿੱਚ ਹੋਣੀ ਚਾਹੀਦੀ ਹੈ, ਪਰ ਯੂਨੀਅਨਾਂ ਵੀ ਕਈ ਸਨ ਸ਼ਹਿਰ ਵਿੱਚ।
ਤੂੰ ਆਪਣੀ ਯੂਨੀਅਨ ਵਿੱਚ ਗੱਲ ਕਰੀ ਦਿਆਲਿਆ। ਉਂਝ ਦਿਆਲਿਆ ਜੇ ਸਾਡੀਆਂ ਯੂਨੀਅਨਾਂ ਇੱਕ ਹੋ ਜਾਣ ਤਾਂ ਰੋਗ ਨਾ ਲੱਥ ਜਾਏ ਗਰੀਬੀ ਦਾ। ਹੋਣਾ ਪਊ ਇੱਕ ਦਿਨ। ਆਪਾਂ ਕਿਸੇ ਦੇ ਖਿਲਾਫ ਨਹੀਂ, ਕੋਈ ਦੰਗਾ ਫਸਾਦ ਨਹੀਂ ਕਰਦੇ, ਸਰਬੱਤ ਦਾ ਭਲਾ ਮੰਗਣੇ ਆ, ਪਰ ਰੋਟੀ ਮਿਲਣੀ ਚਾਹੀਦੀ ਹੈ ਸਾਨੂੰ, ਕੱਪੜਾ ਵੀ ਮਾੜਾ ਮੋਟਾ। ਉਹ ਬੋਲਦਾ ਰਿਹਾ ਜਿਵੇਂ ਲੈਕਚਰ ਦੇ ਰਿਹਾ ਹੋਵੇ। ਪਹਿਲਾਂ ਤਾਂ ਮੈਂ ਉਹਦੀ ਗੱਲ ਸੁਣਦਾ ਰਿਹਾ, ਫਿਰ ਮੇਰਾ ਧਿਆਨ ਆਪਣੇ ਘਰ ਵੱਲ ਚਲਾ ਗਿਆ। ਖੌਰੇ ਉਹਨੇ ਰੋਟੀ ਖਾਧੀ ਵੀ ਹੋਣੀ ਹੈ ਕਿ ਨਹੀਂ, ਕੀ ਪਤਾ ਉਹਨੇ ਫੁੰਮਣ ਨੂੰ 2 ਚਪੇੜਾਂ ਮਾਰੀਆਂ ਹੋਣ ਤੇ ਉਹ ਸੌਂ ਗਿਆ ਹੋਵੇ। ਦਿਆਲੇ ਦੀ ਆਵਾਜ਼ ਮੈਨੂੰ ਖੂਹ ਵਿੱਚੋਂ ਆਉਂਦੀ ਜਾਪੀ, ਪਰ ਹਰ ਪਲ ਹਰ ਘੜੀ ਉਹਦੀ ਆਵਾਜ਼ ਨੀਵੀਂ ਹੁੰਦੀ ਜਾ ਰਹੀ ਸੀ ਤੇ ਫਿਰ ਉਹ ਡੁੱਬ ਗਈ। ਕਿੱਥੇ ਚੱਲਿਆ ਯਾਰ, ਸੌਂ ਜਾ ਇੱਥੇ ਹੀ। ਨਹੀਂ ਯਾਰ, ਮੈਂ ਤਾਂ ਆਪਣੇ ਘਰ ਹੀ ਜਾਵਾਂਗਾ, ਚੱਲ ਮੈਂ ਤੈਨੂੰ ਛੱਡ ਆਵਾਂ। ਨਹੀਂ ਮੈਂ ਚਲਾ ਜਾਊਂ। ਉਹਨੇ ਖੇਸ ਦੀ ਬੁੱਕਲ ਮਾਰ ਲਈ ਤੇ ਖੋਲ ਦਿੱਤਾ ਜਿੰਦਰਾ ਰਿਕਸ਼ੇ ਦੀ ਚੈਨ ਨਾਲੋਂ। ਉਹ ਬਾਹਰ ਹੀ ਖੜਾ ਕਰਦਾ ਸੀ ਰਿਕਸ਼ਾ। ਇੱਕੋ ਕਮਰਾ ਸੀ ਉਹਦੇ ਕੋਲ, ਜਿਸ ਵਿੱਚ ਮਸਾਂ 3-4 ਮੰਜੀਆਂ ਹੀ ਡਹਿ ਸਕਦੀਆਂ ਸਨ। ਇੱਕ ਖੁੰਝੇ ਵਿੱਚ ਚੁੱਲ੍ਹਾ ਬਣਾਇਆ ਹੋਇਆ ਸੀ। ਇਸੇ ਕਮਰੇ ਵਿੱਚ ਹੀ ਉਹਦੇ ਘਰ ਦੇ 2 ਨਿਆਣੇ ਹੋਏ ਸੀ। ਕੀ ਪਤਾ ਵੱਡੇ ਹੋਣ ਤੱਕ ਵੀ ਉਹ ਇਸੇ ਕਮਰੇ ਵਿੱਚ ਹੀ ਰਹਿਣ। ਦਿਆਲਿਆ ਤੂੰ ਬਹਿ ਜਾ ਸੀਟ ਉੱਤੇ, ਮੈਂ ਚਲਾਉਣਾ। ਲੈ ਇਹ ਕਿਵੇਂ ਹੋ ਸਕਦਾ, ਬਹਿ ਜਾ ਪਿੱਛੇ। ਮੈਂ ਸੀਟ ਉੱਤੇ ਬਹਿ ਗਿਆ ਤੇ ਉਹ ਲੱਗ ਗਿਆ ਪੈਡਲ ਮਾਰਨ। ਠੱਕਾ ਨਹੀਂ ਸੀ ਚੱਲ ਰਿਹਾ ਹੁਣ, ਬੱਦਲ ਵੀ ਕੋਈ ਸੀ। ਚੰਨ ਦੀ ਚਾਨਣੀ ਫੈਲੀ ਹੋਈ ਸੀ ਚਾਰੇ ਪਾਸੇ। ਦਿਆਲਾ ਰੌਂ ਵਿੱਚ ਆ ਗਿਆ। ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ। ਇਹ ਗੀਤ ਹੈ ਜਿਹੜਾ ਉਹ ਦਿਆਲੇ ਨੇ ਗਾਉਣਾ ਸ਼ੁਰੂ ਕਰ ਦਿੱਤਾ। ਅੱਗੇ ਵੀ ਕੁਝ ਸੁਣਾਏਗਾ ਕਿ ਘਸੇ ਹੋਏ ਤਵੇ ਵਾਂਗ ਇੱਕੋ ਥਾਂ ਹੀ ਅੜਿਆ ਰਹੇਗਾ? ਚੱਲ ਤੂੰ ਹੀ ਸੁਣਾ ਬੰਤਿਆ। ਪਰ ਮੈਂ ਤਾਂ ਹੀਰ ਸੁਣਾ ਸਕਦਾ, ਏਦਾਂ ਨਹੀਂ, ਮਜਮਾ ਲਾ ਕੇ ਸੁਣਾਵਾਂਗਾ, ਕਿਸੇ ਚੱਜ ਦੀ ਥਾਂ ਤੇ ਬਹਿ ਕੇ। ਤੂੰ ਕੋਈ ਤੁਰਿਆ ਜਾਂਦਾ, ਬੈਠਾ ਤਾਂ ਹੈ ਸੀਟ ਤੇ ਆਰਾਮ ਨਾਲ। ਕਿੰਨਾ ਹੀ ਚਿਰ ਮੈਂ ਗਾਉਂਦਾ ਰਿਹਾ। ਦਿਆਲਾ ਗੱਦੀ ਉੱਤੇ ਬੈਠਾ ਹੌਲੀ ਹੌਲੀ ਹਿੱਲ ਰਿਹਾ ਸੀ। ਇੰਨੇ ਨੂੰ ਉਹ ਜਿਹੜੇ ਹੈਗੇ ਆ ਦੋਨੇ ਦੋਸਤ ਹੈ, ਉਹ ਬੰਤੇ ਦੇ ਘਰ ਪਹੁੰਚ ਜਾਂਦੇ ਨੇ। ਕਿੰਨਾ ਹੀ ਚਿਰ ਮੈਂ ਗਾਉਂਦਾ ਰਿਹਾ। ਦਿਆਲਾ ਗੱਦੀ ਉੱਤੇ ਬੈਠਾ ਹਿੱਲ ਰਿਹਾ ਸੀ ਜਿਵੇਂ ਭਜਨ ਮੰਡਲੀ ਵਾਲੇ ਹਿਲਦੇ ਹੁੰਦੇ ਨੇ। ਉਂਝ ਤਾਂ ਮੈਂ ਗਾ ਰਿਹਾ ਸੀ, ਪਰ ਜੀ ਬੜਾ ਉਦਾਸ ਸੀ। ਲੈ ਬਈ ਚੱਲ ਹੁਣ ਤੂੰ ਘਰੇ, ਓਏ ਪੈ ਜਾ ਇੱਥੇ ਹੀ। ਨਾ ਬਈ ਮੈਂ ਤਾਂ ਆਪਣੇ ਘਰ ਹੀ ਜਾਵਾਂਗਾ। ਤੇ ਬੰਤਾ ਉਸ ਤੋਂ ਬਾਅਦ ਆਪਣੇ ਘਰ ਦਿਆਲਾ ਜਿਹੜਾ ਹੈਗਾ ਉਹ ਬੰਤੇ ਨੂੰ ਛੱਡ ਕੇ ਉਹਦੇ ਘਰੇ ਆਪਣੇ ਘਰ ਵਾਪਸ ਚਲਾ ਜਾਂਦਾ ਹੈ। ਬੰਤਾ ਫਿਰ ਸੋਚਣ ਲੱਗ ਜਾਂਦਾ ਕਿ ਮੈਂ ਹੌਲੀ ਜਿਹੀ ਕੁੰਡਾ ਖੜਕਾਇਆ, ਇੱਕ ਵਾਰ ਹੋਰ ਖੜਕਾਇਆ, ਫਿਰ ਤੀਜੀ ਵਾਰੀ ਖੜਕਾਇਆ, ਪਤਾ ਨਹੀਂ ਉਹ ਸੌਂ ਗਈ ਸੀ। ਫਿਰ ਮੈਂ ਉਹਦਾ ਨਾਂ ਲੈ ਕੇ 2-3 ਆਵਾਜ਼ਾਂ ਮਾਰੀਆਂ। ਕੌਣ ਹੈ? ਮੈਂ ਆ, ਹੋਰ ਕੌਣ? ਬੂਹਾ ਉਹਨੇ ਖੋਲ ਦਿੱਤਾ। 1-2 ਵਾਰ ਮੇਰੇ ਵੱਲ ਤੱਕੀ ਰੋਸ ਭਰੀਆਂ ਅੱਖਾਂ ਨਾਲ, ਪਰ ਕੋਈ ਗੱਲ ਕੀਤਿਆਂ ਬਗੈਰ ਮੰਜੀ ਉੱਤੇ ਜਾ ਪਈ। ਪਹਿਲਾਂ ਤਾਂ ਮੇਰਾ ਜੀ ਕੀਤਾ ਕਿ ਉਸਨੂੰ ਬੁਲਾਵਾਂ, ਪਰ ਫਿਰ ਮੈਂ ਵੀ ਚੁੱਪ ਹੀ ਰਿਹਾ। ਚੰਗੇਰ ਵਿੱਚੋਂ 2 ਰੋਟੀਆਂ ਕੱਢੀਆਂ, ਉੱਪਰ ਹੀ ਥੋੜੀ ਜਿਹੀ ਦਾਲ ਪਾਈ ਤੇ ਛੱਕ ਗਿਆ। ਮੰਜੀ ਦੀ ਪੈਨ ਤੇ ਬਹਿ ਕੇ ਦੀਵੇ ਦੀ ਲੋ ਵਿੱਚ ਫੁੰਮਣ ਦਾ ਮੂੰਹ ਬੜਾ ਹੀ ਭੋਲਾ ਲੱਗ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਉਹ ਰੋਂਦਾ ਹੀ ਸੌਂ ਗਿਆ ਹੋਵੇ। ਤਾਂ ਬੱਚੋ ਉਸ ਰਾਤ ਜਿਹੜਾ ਸੀਗਾ ਬੰਤਾ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ। ਤੇ ਇਸ ਤੋਂ ਅੱਗੇ ਜਿਹੜੀ ਕਹਾਣੀ ਹੈਗੀ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਗੁੱਡ ਬਾਏ।